जो बोले सो निरभय परमात्मा वाल्मीकि दयावान की जय। सतगुरु गुरु ज्ञाननाथ महाराज की जय। परम सत्कारयोग गुरु रूप प्यारी साध संगत जीओ, ਵੱਡੇ ਭਾਗਾਂ ਵਾਲੇ ਹਾਂ ਕਿ ਪਰਮ ਪਿਤਾ ਪਰਮਾਤਮਾ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠਣ ਦਾ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਹੈ। ਕਲਯੁਗ ਦੇ ਅਵਤਾਰ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਰੋਜ਼ ਹੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਆਪਣੇ ਮੁਖਾਰਬਿੰਦ ਦੇ ਵਿੱਚੋਂ ਅੱਜ ਸਾਨੂੰ ਸਮਝਾ ਰਹੇ ਨੇ, ਸਾਨੂੰ ਕੁਲਜਗੀ ਜੀਵਾਂ ਨੂੰ ਸੱਚ ਦਾ ਰਸਤਾ ਦਿਖਾ ਰਹੇ ਨੇ। ਮਾਰੇ ਕਹਿ ਰਹੇ ਨੇ ਕਿ ਰਿੜਕੇ ਬਾਜ ਮਿਲੇ ਨਾ ਮੱਖਣ, ਦੁੱਧੇ ਬਾਜ ਨਾ ਜਾਗਾ, ਮਣਕੇ ਨਾਲ ਖੜੇ ਤਬ ਮਣਕਾ, ਜੇ ਵਿੱਚ ਹੋਵੇ ਧਾਗਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ ਕਿ ਰਿੜਕੇ ਬਾਜ ਮਿਲੇ ਨਾ ਮੱਖਣ। ਰਿੜਕਣ ਤੋਂ ਭਾਵ ਹੈ ਮਿਹਨਤ ਕਰਨੀ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਮਿਹਨਤ ਕਰਕੇ ਦੁੱਧ ਨੂੰ ਰਿੜਕਿਆ ਜਾਂਦਾ ਹੈ ਔਰ ਫਿਰ ਉਹਦੇ 'ਚੋਂ ਮੱਖਣ ਨਿਕਲਦਾ ਹੈ। ਦੁੱਧੇ ਬਾਜ ਨਾ ਜਾਗਾ, ਜਾਗ ਲਾਉਣ ਤੋਂ ਬਿਨਾਂ ਕਦੀ ਵੀ ਦਹੀਂ ਨਹੀਂ ਜੰਮਦਾ। ਇਸੇ ਤਰ੍ਹਾਂ ਤੁਹਾਨੂੰ ਕਲਯੁਗੀ ਜੀਵਾਂ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਇਨਸਾਨ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਉਹ ਪਰਮ ਪਿਤਾ ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ, ਕਿਉਂਕਿ ਉਹਨੇ ਉਹ ਪਰਮ ਆਤਮਾ ਦੇ ਵਿੱਚੋਂ ਇਹ ਆਤਮਾ ਟੁੱਟ ਕੇ ਸਾਨੂੰ ਮਿਲੀ ਹੈ ਔਰ ਪਰਮ ਆਤਮਾ ਹਮੇਸ਼ਾ ਸਾਡੇ ਨਾਲ ਹੈ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਮਹਾਰਾਜ ਜੀ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਹੈ, ਆਦ ਬ੍ਰਹਮ ਕੀ ਹੋਈ ਦ੍ਰਿਸ਼ਟੀ, ਇਹ ਸੰਸਾਰ और सर्व सृष्टि, आप रिहा कण कण में राम, ज्ञाननाथ वो ही एक ब्रह्म। धन धन गुरु ज्ञाननाथ महाराज ਦੇ ਸਮਝਾਉਣ ਦਾ ਜੋ ਢੰਗ ਹੈ ਉਹ ਹੈ ਗੁਰਬਾਣੀ ਦੇ ਪਾਵਨ ਪਵਿੱਤਰ ਸ਼ਲੋਕ। ਮਹਾਰਾਜ ਜੀ ਨੇ ਕਿਹਾ ਕਿ ਆਦ ਬ੍ਰਹਮ ਕੀ ਹੋਈ ਦ੍ਰਿਸ਼ਟੀ, ਉਹ ਪਰਮ ਪਿਤਾ ਪਰਮਾਤਮਾ ਦੀ ਨਜ਼ਰੇ ਕਰਮ ਹੋਈ ਤਾਂ ਇਹ ਸਾਰੇ ਸੰਸਾਰ ਦੀ ਰਚਨਾ ਕੀਤੀ ਗਈ। ਆਪ ਰਿਹਾ ਕਣ ਕਣ ਮੇ ਰਾਮ। ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਉਹ ਪਰਮ ਪਿਤਾ ਪਰਮਾਤਮਾ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਜਿਹਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ, ਜਿਹਨੂੰ ਈਸ਼ਵਰ ਕਹਿੰਦੇ ਹਾਂ, ਉਹਦੀ ਨਜ਼ਰੇ ਕਰਮ ਹੋਈ ਤੇ ਸਾਰੇ ਸੰਸਾਰ ਦੀ ਰਚਨਾ ਕੀਤੀ ਗਈ। ਅਗਲੇ ਪੰਕਤੀ ਦੇ ਵਿੱਚ ਮਹਾਰਾਜ ਨੇ ਕਿਹਾ ਕਿ ਆਪ ਰਿਹਾ ਕਣ ਕਣ ਰਾਮ, ਆਪ ਰਿਹਾ ਕਣ ਕਣ ਮੇ ਰਾਮ। ਉਹ ਆਪ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਸਾਰੀ ਕਾਇਨਾਤ ਦੀ ਰਚਨਾ ਕਰਕੇ ਆਪ ਉਹ ਜ਼ਰੇ ਜ਼ਰੇ ਦੇ ਵਿੱਚ ਕਣ ਕਣ ਦੇ ਵਿੱਚ ਬਿਰਾਜਮਾਨ ਹੋ ਗਿਆ। ਆਪ ਰਿਹਾ ਕਣ ਕਣ ਮੇ ਰਾਮ, ਗਿਆਨਨਾਥ ਵੋਹੀ ਇੱਕ ਬ੍ਰਹਮ। ਵੋਹੀ ਇੱਕ ਬ੍ਰਹਮ ਦਾ ਮਤਲਬ ਹੈ ਕਿ ਪਰਮ ਪਿਤਾ ਪਰਮਾਤਮਾ ਸਰਵ ਵਿਆਪਕ ਹੈ, ਸਰ ਜਗ੍ਹਾ ਮੌਜੂਦ ਹੈ। ਉਹੀ ਕੇਵਲ ਇੱਕ ਪਰਮਾਤਮਾ ਹੈ ਜਿਹੜਾ ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਜਿਸ ਤਰ੍ਹਾਂ ਧੰਨ ਗੁਰੂ ਗਿਆਨਨਾਥ ਮਹਾਰਾਜ ਦੀ ਸਾਨੂੰ ਬਾਣੀ ਸਮਝਾ ਰਹੀ ਹੈ ਕਿ ਪਰਮਾਤਮਾ ਦਾ ਵਾਸ ਕਣ ਕਣ ਦੇ ਵਿੱਚ ਹੈ, ਸਾਡੇ ਅੰਦਰ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਦਾ ਵਾਸ ਹੈ। ਪਰ ਉਹਨੂੰ ਪਾਉਣ ਦੀ ਯੁਕਤੀ ਜਿਹੜੀ ਉਹ ਸਾਨੂੰ ਕੇਵਲ ਤੇ ਕੇਵਲ ਗੁਰੂ ਦੱਸ ਸਕਦਾ ਹੈ। ਇੱਥੇ ਦੁੱਧ ਨੂੰ ਜਿਵੇਂ ਜਾਗ ਲਾਇਆ ਮਹਾਰਾਜ ਜੀ ਨੇ ਦੱਸਿਆ ਨਾ ਕਿ ਸਾਨੂੰ ਪਾਉਣ ਦੀ ਯੁਕਤੀ ਦਾ ਜਾਗ ਜਿਹੜਾ ਹੈ ਉਹ ਕੇਵਲ ਤੇ ਕੇਵਲ ਇੱਕ ਸੱਚਾ ਗੁਰੂ ਦੱਸ ਸਕਦਾ ਹੈ। ਰਿੜਕੇ ਬਾਜ ਮਿਲੇ ਨਾ ਮੱਖਣ, ਦੁੱਧੇ ਬਾਜ ਨਾ ਜਾਗਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਸ ਤਰ੍ਹਾਂ ਦੁੱਧ ਨੂੰ ਜਾਗ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਕਹਿੰਦੇ ਨੇ ਕਿ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਦੀ ਯੁਕਤੀ ਹੈ ਉਹ ਕੇਵਲ ਤੇ ਕੇਵਲ ਗੁਰੂ ਦੱਸ ਸਕਦਾ ਹੈ। ਨਾਮ ਸ਼ਬਦ ਜੋ ਹੈ, ਸ਼ਬਦ ਹੈ ਜੋ ਉਹ ਜਾਗ ਹੈ, ਉਹਨੂੰ ਜਪਣਾ ਪੈਂਦਾ ਹੈ ਔਰ ਸ਼ਬਦ ਨੂੰ ਜਪ ਜਪ ਕੇ ਫਿਰ ਮਿਹਨਤ ਕਰਨੀ ਪੈਂਦੀ ਹੈ। ਜਿੱਦਾਂ ਦੁੱਧ ਨੂੰ ਜਾਗ ਤਾਂ ਲੱਗ ਜਾਂਦਾ ਹੈ ਪਰ ਉਹਦੇ ਵਿੱਚੋਂ ਮੱਖਣ ਕੱਢਣ ਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਸਾਨੂੰ ਸਾਰਿਆਂ ਜੀਵਾਂ ਨੂੰ ਪਤਾ ਹੈ, ਦੁੱਧ ਦੀ ਪਾਵਰ ਦਾ ਪਤਾ ਹੈ ਕਿ ਦੁੱਧ ਨੂੰ ਪਹਿਲਾਂ ਜਾਗ ਲਾਉਣਾ ਹੈ, ਫਿਰ ਉਹਨੂੰ ਰਿੜਕਣਾ ਹੈ, ਫਿਰ ਉਹਦੇ ਵਿੱਚੋਂ ਮੱਖਣ ਕੱਢਣਾ ਹੈ, ਮੱਖਣ ਤੋਂ ਬਾਅਦ ਘਿਓ ਤਿਆਰ ਕਰਨਾ ਹੈ।
पर जदों असी दुध नूं देखते हैं कि उहदे विचों सानूं ना तो घ्यो नज़र आंदा है ना मक्खण, पर जदों असी मेहनत करते हाँ, प्रशारत करते हाँ, तो सारे तत्त जिहड़े है वो सानूं अलग अलग समय ते प्राप्त हो जाते हैं। इस तरह ही धन धन गुरु ज्ञाननाथ महाराज ने सानूं समझाया कि वह परम पिता परमात्मा की जोत भी साडे अंदर है। जिस तरह दुध दे विच मक्खण भी है और घ्यो भी है, दही भी है, उस तरह सारियां दे साडे अंदर वो परमात्मा की जोत है। पर वो परमात्मा की जोत नूं असीं उजागर किवें करना है, पहलों परमात्मा की जोत नूं असीं उजागर किवें करना है, वो दस्सिया है सानूं महाराज जी ने। गुरु दे नाम दा जाग, गुरु दे नाम दा जाग लाउणा पवेगा, सानूं शब्द ग्रहण करना पवेगा, क्योंकि शब्द रूप परमात्मा है और शब्द नूं ग्रहण करना पवेगा। शब्द नूं जप जप के प्रशारत करनी पवेगी, मेहनत करनी पवेगी। जिवें दुध नूं रिड़क के मक्खण बनाते हैं, मक्खण नूं फिर मेहनत करके असीं घ्यो तैयार करते हैं। इस तरह ही महाराज ने सानूं मनमुख जीवां नूं, पापी जीवां नूं, मूर्ख लोकां नूं समझाया है कि हे मनमुख मूर्ख इंसान, जिहड़ा परमात्मा मेरे अंदर बैठा है वो तेरे अंदर भी बैठा है। परमात्मा तेरे अंदर भी बैठा है, पर तैनूं मेहनत की जरूरत है। तैनूं परमात्मा किते बाहर लभण की लोड़ नहीं पवेगी। इतिहास गवाह है कि जिन्ने भी गुरु पीर पैगंबर औलिए साधु संत महात्मा होए ने, उन्होंने सारियां ने अपने अंदर परमात्मा नूं खोजण की गल कीती है। बाबा बुल्ले शाह ने भी कहा कि भट्ठ नमाजा चिक्कड़ रोजे, कलमे दे सिर साई, बुल्ले नूं सौ अंदरों मिलिया, भुल्ली फिरे लुकाई। धन धन सतगुरु गुरु ज्ञाननाथ महाराज सानूं समझाउंदे ने कि परमात्मा तेरे अंदर है। जिस तरह बाबा बुल्ले जी ने भी क्लीयर किया कि भट्ठ नमाजा चिक्कड़ रोजे, ये रोजे जिहड़े रखने हैं ना, ये दलदल दे विच खुबना है। नमाजा पढ़निया एक पट्ठी की तरह तपना है। भट्ठ नमाजा चिक्कड़ रोजे, कलमे दे सिर चाई। कलमे तो भाव उन्होंने कलाम दस्या है, जिमें आपां श्लोक बोल दिंने हैं, वो कलाम दसदे ने कि कलमे दे सिर साई। वो परम पिता परमात्मा नूं पाउण वास्ते तैनूं कलामां पढ़नियां पैणियां, ये तैनूं श्लोक जिहड़े उचारने पैणे ने। जिहड़ा महाराज जी ने शब्द बख्शिश किया है वो जाग लाउणा पैना है, तां करके जाके तैनूं वो परम पिता परमात्मा की जोत जो तेरे अंदर बैठी है उहदे दर्शन होने हन। अगे महाराज जी ने कहा कि मणके नाल खड़े तब मणका, जे विच होवे धागा। धन धन गुरु ज्ञाननाथ महाराज सानूं समझाते ने कि जिस तरह एक मणका है और माला दे विच जे धागा ना होवे ते मणके दे उत्ते मणका कदी खड़ नहीं सकता। धन धन गुरु ज्ञाननाथ महाराज सानूं समझाते ने कि वो परमात्मा दे नाम दा मणका फेरना है, माला नहीं फेरनी। जो परमात्मा ने तैनूं परम पिता परमात्मा ने तेरे अंदर जोत जगाई है, उस जोत नूं तूं जगाउण दी कोशिश करनी है। माला दे विच वो प्रेम दा धागा पाना है, तां जाके माला फेरनी है। वो प्रेम दा धागा तैनूं कित्थों मिलेगा? तैनूं सच्चे सतगुरु दे कोलों मिलेगा। धन धन गुरु ज्ञाननाथ महाराज जी की पावन पवित्र गुरबाणी दे विच भी है, मुक्ति माला जो है उहदे विच है कि लेकर मणके चार जे धागा ध्यान लगाए। वो मणके किहड़े ने? हिंदू मुस्लिम सिख ईसाई, चार मणके, उत्तर दक्षिण पूर्व पश्चिम चार मणके। चार मणके किहड़े ने? परमात्मा दा नाम चार मणकियां दे विच आउंदा है। वाहिगुरू कह लो चार अखर लगते ने, राम राम कह लो चार अक्षर लगते ने, मुहम्मद कह लो चार अक्षर लगते ने, कृष्ण कह लो चार अक्षर लगते ने। वो परमात्मा दे नाम दे चार अक्षर लगते ने। वाल्मीकि कह लो चार अक्षर लगते ने। धन धन गुरु ज्ञाननाथ महाराज ने सानू समझाया कि लेकर मणके चार जे, वो परमात्मा दे नाम दे चारे मणके जिहड़े लैणे है और धागा किहड़ा पाना है? प्रेम दा धागा पाना। लेकर मणके चार जे धागा ध्यान लगाए, ध्यान का धागा पाना है, क्योंकि जो सानू प्रेम हो गया परमात्मा दे नाल, फिर साडा जिहड़ा ध्यान है 24 घंटे उहदे वल होवेगा। असीं अक्सर दुनियादारां दे विच देखदे हां कि जो किसी नाल प्यार पै जांदा है, जो किसी नाल प्रेम पै जांदा है कि साडा सारे दा सारा जिहड़ा ध्यान है उहदे प्रेम विच रंगिया जांदा है। सानू कोई बुलांदा भी है तो साडा ध्यान ते केवल उस प्रेमी दे नाल हुंदा है। धन धन गुरु ज्ञाननाथ महाराज सानू इत्थे समझाते ने कि लेकर मणके चार जे धागा ध्यान लगाए, सुरत शब्द को मेल कर प्रभु जी
ਤੁਮਰਾ ਦਰਸ਼ਨ ਪਾਏ। ਸੁਰਤ ਨੂੰ ਮੇਲਣਾ ਹੈ ਔਰ ਸ਼ਬਦ ਨੂੰ ਜਪਣਾ ਹੈ। ਪ੍ਰੇਮ ਦਾ ਧਾਗਾ ਪਾਣਾ ਹੈ। ਲੇਕਰ ਮਨ ਕੇ ਚਾਰਜੇ ਧਾਗਾ ਧਿਆਨ ਲਗਾਏ। ਧਿਆਨ ਲਗਾਉਣਾ ਹੈ, ਕਿਉਂਕਿ ਜਦੋਂ ਸਾਡਾ ਧਿਆਨ ਲੱਗ ਗਿਆ, ਜਦੋਂ ਸਾਡਾ ਪ੍ਰੇਮ ਪੈ ਗਿਆ, ਫਿਰ ਸਾਡਾ ਐਟੋਮੈਟਿਕ ਧਿਆਨ ਉਧਰ ਚਲੇ ਜਾਵੇਗਾ। ਮਹਾਰਾਜ ਜੀ ਕਹਿੰਦੇ ਨੇ ਕਿ ਮਣਕੇ ਨਾਲ ਖੜੇ ਤਬ ਮਣਕਾ, ਜੇ ਵਿੱਚ ਹੋਵੇ ਧਾਗਾ। ਉਹ ਮਣਕੇ ਦੇ ਨਾਲ ਮਣਕਾ ਤਾਂ ਖੜ ਸਕਦਾ ਹੈ ਜੇ ਅਸੀਂ ਪ੍ਰੇਮ ਦੀ ਡੋਰ ਵਿੱਚ ਪਾਵਾਂਗੇ, ਧਿਆਨ ਲਗਾਵਾਂਗੇ। ਅੱਗੇ ਮਹਾਰਾਜ ਜੀ ਨੇ ਕਿਹਾ, ਬੇਸ਼ੱਕ ਸਾਜ ਵੱਜਣ ਲੱਖ ਕੋਲੇ, ਸੁਣ ਸਕਦਾ ਨਾ ਬੋਲਾ। ਲੱਖਾਂ ਖੁੰਭ ਚੜਾਈਏ, ਚਿੱਟਾ ਹੋ ਨਹੀਂ ਸਕਦਾ ਕੋਲਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਸਾਨੂੰ ਬੋਲੇ ਦੱਸਿਆ ਹੈ, ਮਨਮੁਖ ਦੱਸਿਆ ਹੈ, ਮੂਰਖ ਦੱਸਿਆ ਹੈ, ਬੇਸਮਝ ਦੱਸਿਆ ਹੈ। ਮਹਾਰਾਜ ਕਹਿੰਦੇ ਨੇ ਕਿ ਬੇਸ਼ੱਕ ਸਾਜ ਵੱਜਣ ਲੱਖ ਕੋਲੇ, ਸੁਣ ਸਕਦਾ ਨਹੀਂ ਬੋਲਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਇਹ ਮਨਮੁਖ ਮੂਰਖ ਇਨਸਾਨ, ਤੂੰ ਬੋਲਾ ਹੋ ਚੁੱਕਾ ਹੈ। ਕਾਮ ਕ੍ਰੋਧ ਲੋਭ ਮੋਹ ਦੀ ਅਗਨੀ ਨੇ ਤੈਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਤੂੰ ਸਤਿਗੁਰ ਦੀ ਗੱਲ ਸੁਣਦਾ ਨਹੀਂ ਹੈ, ਸੱਚੇ ਗੁਰੂ ਦੀ ਗੱਲ ਸੁਣਦਾ ਨਹੀਂ ਹੈ। ਤੂੰ ਬੋਲਾ ਹੋ ਚੁੱਕਿਆ ਹੈ, ਕਿਉਂਕਿ ਤੂੰ ਮਨਮੁਖ ਹੋ ਗਿਆ ਹੈ, ਆਪਣੇ ਮਨ ਦੀ ਗੱਲ ਸੁਣਦਾ ਹੈ। ਉਹ ਗੁਰੂ ਦੀ ਆਵਾਜ਼ ਤੇਰੇ ਕੰਨਾਂ ਦੇ ਵਿੱਚ ਸੁਣਾਈ ਨਹੀਂ ਦਿੰਦੀ ਤੈਨੂੰ, ਤੂੰ ਬੋਲਾ ਹੋ ਚੁੱਕਿਆ ਹੈ। ਬੇਸ਼ੱਕ ਤੇਰੇ ਕੋਲ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਲੱਖਾਂ ਢੋਲ ਵੱਜ ਜਾਣ। ਮਹਾਰਾਜ ਨੇ ਇੱਥੇ ਦੱਸਿਆ ਕਿ ਬੇਸ਼ੱਕ ਸਾਜ ਵੱਜਣ ਲੱਖ ਕੋਲੇ। ਸਾਜ ਤੋਂ ਭਾਵ ਹੈ ਕਥਾ ਕੀਰਤਨ। ਜਿਵੇਂ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਕੀਰਤਨ ਹੁੰਦਾ ਹੈ, ਉਹਦੇ ਨਾਮ ਦੀ ਵਡਿਆਈ ਹੁੰਦੀ ਹੈ, ਔਰ ਤੂੰ ਮਨਮੁਖ ਇੰਨਾ ਕੁ ਹੋ ਚੁੱਕਾ ਹੈ ਕਿ ਤੈਨੂੰ ਉਹਦੇ ਨਾਮ ਦੀ ਵਡਿਆਈ ਸੁਣਾਈ ਨਹੀਂ ਦਿੰਦੀ। ਤੂੰ ਬੋਲਾ ਹੋ ਚੁੱਕਾ ਹੈ। ਬੋਲੇ ਤੋਂ ਭਾਵ ਤੂੰ ਮਨਮੁਖ ਹੋ ਚੁੱਕਾ ਹੈ, ਤੂੰ ਪਾਪੀ ਹੋ ਚੁੱਕਾ ਹੈ। ਤੈਨੂੰ ਪਰਮ ਪਿਤਾ ਪਰਮਾਤਮਾ ਦੇ ਘਰ ਦੇ ਸਾਜ ਜੋ ਹਨ, ਜੋ ਤੈਨੂੰ ਕੀਰਤਨ ਹੈ, ਕਥਾ ਹੈ, ਜੋ ਪਾਠ ਹੈ, ਬੇਨਤੀ ਹੈ, ਅਰਦਾਸ ਹੈ, ਤੈਨੂੰ ਸੁਣਾਈ ਨਹੀਂ ਦਿੰਦੀ। ਅੱਗੇ ਮਹਾਰਾਜ ਜੀ ਨੇ ਕਿਹਾ ਕਿ ਲੱਖਾਂ ਖੁੰਭ ਚੜਾਈਏ, ਚਿੱਟਾ ਹੋ ਨਹੀਂ ਸਕਦਾ ਕੋਲਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਸਾਨੂੰ ਇੱਥੇ ਕੋਲੇ ਦੀ ਉਦਾਹਰਨ ਦਿੱਤੀ ਹੈ ਕਿ ਕੋਲੇ ਨੂੰ, ਜਿਹੜਾ ਖਾਣ ਦਾ ਕੋਲਾ ਹੁੰਦਾ ਹੈ, ਉਹਨੂੰ ਜਿੰਨਾ ਮਰਜ਼ੀ ਪੇਂਟ ਕਰ ਲਈਏ, ਉਹ ਕਦੀ ਵੀ ਚਿੱਟਾ ਨਹੀਂ ਹੋ ਸਕਦਾ। ਜੇਕਰ ਕੋਲੇ ਨੂੰ ਅਸੀਂ ਚੱਕਾਂਗੇ, ਚੱਕ ਕੇ ਹੱਥ ਦੇ ਵਿੱਚ ਰੱਖਾਂਗੇ ਤੇ ਸਾਡੇ ਹੱਥ ਵੀ ਕਾਲੇ ਹੋ ਜਾਣਗੇ। ਹੋਰ ਕਿਤੇ ਹੱਥ ਲਾਵਾਂਗੇ ਉਹ ਵੀ ਜਗ੍ਹਾ ਕਾਲੀ ਹੋ ਜਾਵੇਗੀ। ਜੇਕਰ ਕੋਲਾ ਭੱਠੀ ਦੇ ਵਿੱਚ ਪਾ ਜਾਈਏ ਤੇ ਉਹ ਲਾਲ ਹੋ ਜਾਂਦਾ ਹੈ, ਕਿਉਂਕਿ ਉਹਨੂੰ ਸੇਕ ਚੱਲਣਾ ਪੈਂਦਾ ਹੈ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਇੱਥੇ ਸਾਨੂੰ ਸਮਝਾਉਂਦੇ ਨੇ ਕਿ ਹੇ ਮਨਮੁਖ ਮੂਰਖ ਇਨਸਾਨ, ਤੂੰ ਕੋਲੇ ਦੀ ਤਰ੍ਹਾਂ ਕਾਲਾ ਹੋ ਗਿਆ ਹੈ। ਤੇਰਾ ਹਿਰਦਾ ਜੋ ਹੈ ਉਹ ਅੰਦਰੋਂ ਕਾਲਾ ਹੋ ਗਿਆ ਹੈ। ਤੂੰ ਪਾਪ ਕਰਦਾ ਹੈ, ਝੂਠ ਬੋਲਦਾ ਹੈ, ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ। ਸਾਰਾ ਦਿਨ ਤੂੰ ਝੂਠ ਬੋਲਦਾ ਹੈ, ਸਾਰਾ ਦਿਨ ਤੂੰ ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ। ਇਸ ਕਰਕੇ ਤੇਰਾ ਜਿਹੜਾ ਹਿਰਦਾ ਹੈ, ਤੇਰਾ ਜਿਹੜਾ ਸਰੀਰ ਹੈ, ਉਹ ਅੰਦਰੋਂ ਕਾਲਾ ਹੋ ਗਿਆ ਹੈ। ਤੇਰਾ ਹਿਰਦਾ ਜਿਹੜਾ ਕੋਲੇ ਦੀ ਤਰ੍ਹਾਂ ਕਾਲਾ ਹੋ ਗਿਆ ਹੈ। ਜਿਹੜਾ ਵੀ ਜੀਵ ਤੇਰੇ ਕੋਲ ਆਣ ਕੇ ਬੈਠਦਾ ਹੈ, ਕੋਲੇ ਦੀ ਤਰ੍ਹਾਂ ਤੂੰ ਆਪਣਾ ਰੰਗ ਉਸ ਦੇ ਉੱਤੇ ਚਾੜ ਦਿੰਦਾ ਹੈ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਇਹ ਮਨਮੁਖ ਮੂਰਖ ਇਨਸਾਨ, ਤੇਰੇ ਅੰਦਰੋਂ ਇਹ ਕਾਲਸ ਤਾਂ ਜਾਵੇਗੀ ਜੇਕਰ ਤੇਰੇ ਅੰਦਰ ਪਰਮ ਪਿਤਾ ਪਰਮਾਤਮਾ ਦਾ ਨਾਮ ਜੋ ਅੰਦਰ ਵਸ ਜਾਵੇਗਾ। ਤੂੰ ਗੁਰਮੁਖ ਬਣ ਜਾਵੇਂਗਾ, ਉਹਦਾ ਨਾਮ ਜਪੇਂਗਾ, ਉਹਦਾ ਨਾਮ ਧਿਆਵੇਂਗਾ। ਜਦੋਂ ਤੇਰੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਰੌਸ਼ਨੀ ਜਗ ਗਈ, ਲਾਈਟ ਜਗ ਗਈ, ਪਰਮ ਪਿਤਾ ਪਰਮਾਤਮਾ ਦਾ ਜੋ ਸੇਕ ਹੈ, ਜਿੱਦਾਂ ਕੋਲੇ ਨੂੰ ਲਾਲ ਕਰਦਾ ਹੈ ਕੇਵਲ ਤੇ ਕੇਵਲ ਭੱਠੀ ਦਾ ਸੇਕ, ਜਦੋਂ ਤੂੰ ਆਪਣੇ ਹਿਰਦੇ ਨੂੰ ਉਹ ਕਾਮ ਕ੍ਰੋਧ ਲੋਭ ਮੋਹ ਦੀ ਅੱਗ ਨੂੰ ਸਾੜ ਕੇ ਲਾਲ ਕਰ ਲਵੇਂਗਾ ਤਾਂ ਤੇਰੇ ਅੰਦਰ ਰੌਸ਼ਨੀ ਹੋ ਜਾਵੇਗੀ। ਫਿਰ ਤੇਰਾ ਜਿਹੜੇ ਅੰਦਰ ਜਿਹੜੀ ਤੇਰੇ ਕਾਲਸ ਲੱਗੀ ਹੋਈ ਹੈ ਕੋਲੇ ਦੀ, ਉਹ ਧੋ ਹੋ ਜਾਵੇਗੀ। ਪਰਮ ਪਿਤਾ ਪਰਮਾਤਮਾ ਦਾ ਨਾਮ ਜੋ ਹੈ ਤੇਰੇ ਹਿਰਦੇ ਦੇ ਵਿੱਚ ਵਸ ਜਾਵੇਗਾ। ਫਿਰ ਤੇਰੇ ਅੰਦਰ ਕਾਲੇ ਕੋਲੇ ਨੂੰ ਪਰਮ ਪਿਤਾ ਪਰਮਾਤਮਾ ਦਾ ਰੰਗ ਚੜ ਜਾਵੇਗਾ। ਅੱਗੇ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਡੋਬ ਸਕੇ ਨਾ ਸਾਗਰ ਇੱਕੇ ਬੂੰਦ ਤੇਲ ਦੀ ਤਾਈ, ਖੰਭਾਂ ਬਾਜ ਕਦੇ ਵੀ ਪੰਛੀ ਉੱਡ ਸਕਦਾ ਹੈ ਨਹੀਂ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ ਕਿ ਜਿਸ ਤਰ੍ਹਾਂ ਤੇਲ ਹੈ, ਤੇਲ ਦੀ ਬੂੰਦ ਅਗਰ ਸਮੁੰਦਰ ਦੇ ਵਿੱਚ ਪਾ ਦਈਏ ਤੇ ਪੂਰਾ ਸਾਗਰ ਉਹਨੂੰ ਜ਼ੋਰ ਲਾ ਦੇਵੇ, ਤੇਲ
ਦੀ ਬੂੰਦ ਡੁੱਬਦੀ ਨਹੀਂ ਹੈ। ਇਸੇ ਤਰ੍ਹਾਂ ਸਾਨੂੰ ਮਹਾਰਾਜ ਨੇ ਸਮਝਾਣਾ ਕੀਤਾ ਹੈ, ਸਾਡਾ ਮਾਰਗ ਦਰਸ਼ਨ ਕੀਤਾ ਹੈ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਸਮਝਾਣਾ ਕਰਦੇ ਨੇ ਕਿ ਹੇ ਮਨਮੁਖ ਮੂਰਖ ਇਨਸਾਨ, ਜਿਸ ਤਰ੍ਹਾਂ ਤੇਲ ਦੀ ਬੂੰਦ ਕਦੀ ਵੀ ਸਾਗਰ ਦੇ ਵਿੱਚ ਡੁੱਬਦੀ ਨਹੀਂ ਹੈ, ਇਸੇ ਤਰ੍ਹਾਂ ਗੁਰਮੁਖ ਕਦੀ ਵੀ ਭਵ ਸਾਗਰ ਦੇ ਵਿੱਚ ਡੁੱਬਦਾ ਨਹੀਂ ਹੈ। ਤੈਨੂੰ ਮਾਤਲੋਕ ਦੀ ਧਰਤੀ ਤੇ ਭੇਜਿਆ ਸੀ ਮਨਮੁਖ ਬਣਨ ਨੂੰ ਨਹੀਂ, ਬਲਕਿ ਗੁਰਮੁਖ ਬਣਨ ਨੂੰ ਭੇਜਿਆ ਸੀ। ਤੈਨੂੰ ਮਾਤਲੋਕ ਦੀ ਧਰਤੀ ਤੇ ਪਰਮ ਪਿਤਾ ਪਰਮਾਤਮਾ ਨੇ ਆਪਣਾ ਨਾਮ ਜਪਣ ਵਾਸਤੇ ਭੇਜਿਆ ਸੀ। ਤੈਨੂੰ ਤੇਲ ਦੀ ਬੂੰਦ ਬਣਾ ਕੇ ਭੇਜਿਆ ਸੀ ਕਿ ਇਹ ਮਾਤਲੋਕ ਦਾ ਜੋ ਸੰਸਾਰ ਹੈ ਇਹਦੇ ਵਿੱਚ ਕਿਤੇ ਡੁੱਬ ਨਾ ਜਾਵੇਂ। ਤੂੰ ਮਨਮੁਖ ਹੋ ਕੇ ਇਹਦੇ ਵਿੱਚ ਹੀ ਡੁੱਬ ਗਿਆ ਹੈ, ਇਹਦੇ ਵਿੱਚ ਹੀ ਇੰਨਾ ਮਿਕਸ ਅਪ ਹੋ ਗਿਆ ਹੈ ਕਿ ਤੈਨੂੰ ਇਹ ਮਾਤਲੋਕ ਦਾ ਜੋ ਸਾਗਰ ਹੈ ਇਹਦੇ ਵਿੱਚ ਤੂੰ ਇੰਨਾ ਕੁ ਮਿਕਸ ਅਪ ਹੋ ਗਿਆ ਹੈ ਕਿ ਤੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਤੂੰ ਕਦੀ ਵੀ ਇਹ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ। ਤੈਨੂੰ ਤਾਂ ਪਰਮ ਪਿਤਾ ਪਰਮਾਤਮਾ ਨੇ ਆਪਣੀ ਜੋਤ ਵਿੱਚੋਂ ਜੋਤ ਪ੍ਰਚੰਡ ਕਰਕੇ ਤੈਨੂੰ ਮਨੁੱਖ ਦਾ ਜਾਮਾ ਦਿੱਤਾ ਸੀ, ਤੇਲ ਬੂੰਦ ਬਣਾ ਕੇ ਭੇਜਿਆ ਸੀ ਤਾਂ ਕਿ ਤੂੰ ਇਸ ਸਾਰ ਸਮੁੰਦਰ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ ਡੁੱਬ ਨਾ ਜਾਵੇਂ। ਅੱਗੇ ਮਹਾਰਾਜ ਜੀ ਨੇ ਕਿਹਾ ਕਿ ਖੰਭਾਂ ਆਵਾਜ਼ ਕਦੇ ਵੀ ਪੰਛੀ ਉੱਡ ਸਕਦਾ ਹੈ ਨਹੀਂ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਇੱਥੇ ਪੰਛੀ ਦੀ ਉਦਾਹਰਨ ਦੇ ਕੇ ਸਾਨੂੰ ਸੰਬੋਧਨ ਕੀਤਾ ਹੈ ਕਿ ਜਿਵੇਂ ਖੰਭਾਂ ਤੋਂ ਬਿਨਾਂ ਪੰਛੀ ਉੱਡ ਨਹੀਂ ਸਕਦਾ, ਉਸੇ ਤਰ੍ਹਾਂ ਇਹ ਮਨਮੁਖ ਮੂਰਖ ਇਨਸਾਨ ਤੋਂ ਵੀ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਕਦੀ ਪਾਰ ਉਤਾਰਾ ਨਹੀਂ ਕਰ ਸਕਦਾ। ਇੱਥੇ ਖੰਭਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ। ਪੰਛੀ ਦੇ ਹਮੇਸ਼ਾ ਦੋ ਖੰਭ ਹੁੰਦੇ ਨੇ ਤੇ ਧੰਨ ਧੰਨ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਪਾਵਨ ਸ਼੍ਰੀ ਜੋਗ ਵਸਿਸ਼ਟ ਦੇ ਵਿੱਚ ਮੰਗਲਾਚਰਨ ਤੋਂ ਬਾਅਦ ਹੀ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਮੰਗਲਾਚਰਨ ਤੋਂ ਬਾਅਦ ਹੀ ਉਹਨਾਂ ਨੇ ਵੀ ਇੱਕ ਪੰਛੀ ਦੀ ਉਦਾਹਰਨ ਦਿੱਤੀ ਹੈ। ਮਹਾਰਾਜ ਜੀ ਨੇ ਉੱਥੇ ਵੀ ਸਮਝਾਇਆ ਹੈ ਕਿ ਪਰਮ ਪਿਤਾ ਪਰਮਾਤਮਾ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਮੰਗਲਾਚਰਨ ਤੋਂ ਬਾਅਦ ਪਾਵਨ ਸ਼੍ਰੀ ਜੋਗ ਵਸਿਸ਼ਟ ਦੇ ਵਿੱਚ ਮਹਾਰਾਜ ਜੀ ਨੇ ਸਮਝਾਇਆ। ਭਾਰਤਵਾਜ ਜੀ ਪੁੱਛ ਰਹੇ ਨੇ ਕਿ ਮਹਾਰਾਜ ਜੀ ਮੇਰੇ ਹਿਰਦੇ ਦੇ ਵਿੱਚ ਇੱਕ ਸੰਸਾ ਪ੍ਰਗਟ ਹੋ ਗਿਆ ਹੈ, ਮੈਨੂੰ ਇੱਕ ਭਰਮ ਹੋ ਗਿਆ ਹੈ, ਕਿਰਪਾ ਕਰਕੇ ਮੇਰਾ ਭਰਮ ਜਿਹੜਾ ਉਹ ਦੂਰ ਕਰੋ। ਤੇ ਧੰਨ ਧੰਨ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਉੱਥੇ ਪੰਛੀ ਦੀ ਉਦਾਹਰਨ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਕਿ ਹਾਂ ਪੁੱਤਰ ਭਾਰਤਵਾਜ, ਬੋਲ ਤੇਰੇ ਹਿਰਦੇ ਦੇ ਵਿੱਚ ਕਿਹੜਾ ਸੰਸਾ ਪ੍ਰਗਟ ਹੋ ਗਿਆ ਹੈ। ਭਾਰਤਵਾਜ ਜੀ ਕਹਿੰਦੇ ਨੇ ਕਿ ਇਹ ਪਰਮ ਪਿਤਾ ਪਰਮਾਤਮਾ ਮੇਰੇ ਦਿਲ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਇੱਕ ਇਹ ਭਰਮ ਪੈਦਾ ਹੋ ਗਿਆ ਹੈ ਕਿ ਇਸ ਭਾਵ ਸਾਗਰ ਤੋਂ ਪਾਰ ਕਰਨ ਵਾਸਤੇ ਗਿਆਨ ਜ਼ਰੂਰੀ ਹੈ ਜਾਂ ਕਰਮ ਜ਼ਰੂਰੀ ਹੈ। ਗਿਆਨ ਔਰ ਕਰਮ ਦੀ ਗੱਲ ਕੀਤੀ ਉੱਥੇ ਉਹਨਾਂ ਨੇ। ਤਾਂ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਵੀ ਇੱਥੇ ਪੰਛੀ ਦੇ ਦੋ ਪਰਾਂ ਦੀ ਗੱਲ ਕਰਦੇ ਨੇ ਔਰ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਉੱਥੇ ਪੰਛੀ ਦੇ ਪਰਾਂ ਦੀ ਉਦਾਹਰਨ ਦੇ ਕੇ ਸਮਝਾਇਆ ਭਾਰਤਵਾਜ ਨੂੰ। ਮਹਾਰਾਜ ਕਹਿੰਦੇ ਨੇ ਕਿ ਹੇ ਮਨਮੁਖ ਮੂਰਖ ਇਨਸਾਨ, ਤੂੰ ਵੀ ਪੰਛੀ ਦੀ ਤਰ੍ਹਾਂ ਦੋਨੇ ਪਰ ਆਪਣੇ ਕਾਇਮ ਰੱਖਣੇ ਨੇ। ਤੇ ਧੰਨ ਧੰਨ ਭਗਵਾਨ ਵਾਲਮੀਕੀ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਭਾਰਤਵਾਜ, ਜਿਸ ਤਰ੍ਹਾਂ ਪੰਛੀ ਨੂੰ ਉੱਡਣ ਵਾਸਤੇ ਦੋਨਾਂ ਪਰਾਂ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਇਨਸਾਨ ਨੂੰ ਵੀ ਗਿਆਨ ਦੀ ਵੀ ਜ਼ਰੂਰਤ ਹੈ ਔਰ ਕਰਮ ਦੀ ਵੀ ਜ਼ਰੂਰਤ ਹੈ। ਗਿਆਨ ਸਾਨੂੰ ਕਿੱਥੋਂ ਮਿਲਣਾ ਹੈ? ਉਹ ਗਿਆਨ ਮਿਲਣਾ, ਗਿਆਨ ਦਾ ਭਾਵ ਹੈ ਗ੍ਰੰਥ। ਸਾਨੂੰ ਸਤਿਗੁਰਾਂ ਦੇ ਲਿਖੇ ਹੋਏ ਗ੍ਰੰਥ ਜੋ ਹੈ ਉਹ ਗਿਆਨ ਦੇ ਭੰਡਾਰ ਹਨ, ਸਾਨੂੰ ਉੱਥੋਂ ਸਾਨੂੰ ਗਿਆਨ ਮਿਲਣਾ ਹੈ। ਇੱਕ ਪਰ ਸਾਡਾ ਹੈ ਗਿਆਨ ਦਾ ਔਰ ਦੂਸਰਾ ਪਰ ਹੈ ਕਰਮ ਦਾ। ਕਰਮ ਤੋਂ ਭਾਵ ਗਿਆਨ ਦੇ ਉੱਤੇ ਚੱਲਣਾ, ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨਾ, ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ। ਔਰ ਦੂਸਰਾ ਹੈ ਕਰਮ। ਕਰਮ ਦਾ ਮਤਲਬ ਹੈ ਕਿ ਗਿਆਨ ਦੇ ਉੱਤੇ ਕੰਮ ਕਰਨਾ। ਤੇ ਧੰਨ ਗੁਰੂ ਗਿਆਨਨਾਥ ਮਹਾਰਾਜ ਵੀ ਸਾਨੂੰ ਇੱਥੇ ਸਮਝਾਉਂਦੇ ਨੇ। ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਜੋ ਭਾਰਤਵਾਜ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਪੰਛੀ ਨੂੰ ਦੋਨਾਂ ਪਰਾਂ ਦੀ ਜ਼ਰੂਰਤ ਹੈ ਆਕਾਸ਼ ਵਿੱਚ ਉੱਡਣ ਵਾਸਤੇ, ਉਸੇ ਤਰ੍ਹਾਂ ਇਨਸਾਨ ਨੂੰ ਵੀ ਦੋਨੇ ਹੀ ਪਰਾਂ ਦੀ ਜ਼ਰੂਰਤ ਹੈ। ਉਹ ਕਿਹੜੇ ਹਨ? ਗਿਆਨ ਔਰ ਕਰਮ। ਧੰਨ ਧੰਨ ਭਗਵਾਨ ਵਾਲਮੀਕੀ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਸਾਨੂੰ ਗਿਆਨ ਦੀ ਜ਼ਰੂਰਤ ਹੈ। ਇੱਕ ਪਰ ਸਾਡਾ ਹੈ ਗਿਆਨ, ਉਹ ਸਾਨੂੰ ਗਿਆਨ ਮਿਲਣਾ ਹੈ ਗ੍ਰੰਥਾਂ ਪੋਥੀਆਂ ਤੋਂ
और कर्म है कि असी ਗਿਆਨਵਾਨ होना है, ਗਿਆਨ ਦੇ ਉੱਤੇ ਚੱਲਣਾ ਹੈ, ਗਿਆਨ ਦੇ ਉੱਤੇ ਕਰਮ ਕਰਨਾ ਹੈ, ਭਾਵ ਉਹਨੂੰ ਪੜ੍ਹਨਾ ਹੈ, ਉਹਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ। ਗਿਆਨ ਦਾ ਮਤਲਬ ਹੈ ਗ੍ਰੰਥ ਔਰ ਕਰਮ ਦਾ ਮਤਲਬ ਹੈ ਪੰਥ। ਗ੍ਰੰਥ ਦੇ ਉੱਤੇ ਪਹਿਰਾ ਦੇਣਾ ਹੈ ਔਰ ਪੰਥ ਦੇ ਉੱਤੇ ਚੱਲਣਾ ਹੈ, ਭਾਵ ਜੋ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਗ੍ਰੰਥਾਂ ਦੇ ਵਿੱਚ ਗਿਆਨ ਬਖਸ਼ਿਸ਼ ਕੀਤਾ ਹੈ ਔਰ ਪੰਥ ਤੋਂ ਭਾਵ ਹੈ ਕਰਮ, ਉਸੇ ਹੀ ਪੰਥ ਦੇ ਉੱਤੇ ਅਸੀਂ ਕਰਮ ਕਰਨਾ ਹੈ, ਅਸੀਂ ਉਸੇ ਹੀ ਗਿਆਨ ਦੇ ਉੱਤੇ ਚੱਲਣਾ ਹੈ। ਇਹਨੂੰ ਪੰਥ ਕਹਿੰਦੇ ਨੇ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਨੇ ਵੀ ਸਾਨੂੰ ਇੱਥੇ ਦੋਨਾਂ ਪਰਾਂ ਦੀ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਜਿਵੇਂ ਪੰਛੀ ਬਿਨਾਂ ਪੰਖਾਂ ਤੋਂ ਆਕਾਸ਼ ਵਿੱਚ ਉਡਾਰੀ ਨਹੀਂ ਭਰ ਸਕਦਾ, ਉਸੇ ਤਰ੍ਹਾਂ ਇਨਸਾਨ ਦਾ ਵੀ ਜੀਵਨ ਹੈ। ਇਨਸਾਨ ਨੂੰ ਵੀ ਦੋਨੇ ਪਰਾਂ ਦੀ ਜ਼ਰੂਰਤ ਹੈ। ਇਨਸਾਨ ਨੂੰ ਵੀ ਗਿਆਨ ਦੇ ਪਰ ਦੀ ਜ਼ਰੂਰਤ ਹੈ ਔਰ ਕਰਮ ਦੇ ਪਰ ਦੀ ਵੀ ਜ਼ਰੂਰਤ ਹੈ। ਇਸ ਕਰਕੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਨੂੰ ਇੱਥੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਖੰਭਾਂ ਆਵਾਜ਼ ਕਦੇ ਵੀ ਪੰਛੀ ਉੜ ਸਕਦਾ ਹੈ ਨਾ ਹੀ, ਗਿਆਨ ਤੋਂ ਬਿਨਾਂ ਔਰ ਗਿਆਨ ਦੇ ਉੱਤੇ ਕਰਮ ਕਰਨ ਤੋਂ ਬਿਨਾਂ ਕਦੀ ਵੀ ਅਸੀਂ ਭਾਵ ਸਾਗਰ ਦੇ ਵਿੱਚੋਂ ਪਾਰ ਨਹੀਂ ਨਿਕਲ ਸਕਦੇ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਅੱਗੇ ਸਾਨੂੰ ਸਮਝਾਣਾ ਕੀਤਾ ਹੈ, ਛੱਤ ਕਦੇ ਨਾ ਖੜਦੀ ਜੇਕਰ ਕੰਧ ਨਾ ਹੋਵੇ ਥੱਲੇ, किस बिद माल खरीदे जिसके एक टका नहीं पल्ले। धन धन गुरु ਗਿਆਨਨਾਥ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਛੱਤ ਤੋਂ ਭਾਵ ਹੈ ਆਕਾਸ਼, ਕਿ ਜਿੰਨਾ ਚਿਰ ਪਰਮ ਪਿਤਾ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਨਹੀਂ ਹੈ, ਪਿੱਲਰ ਪਰਮਾਤਮਾ ਦੇ ਨਾਮ ਦਾ ਨਹੀਂ ਤੂੰ ਖੜਾ ਕੀਤਾ, ਉਹਨਾਂ ਚਿਰ ਕਦੀ ਵੀ ਤੇਰੇ ਜੀਵਨ ਦੀ ਛੱਤ ਕਦੀ ਖੜ ਨਹੀਂ ਸਕਦੀ। ਕਿਸ ਬਿਦ ਮਾਲ ਖਰੀਦੀਏ ਜਿਸ ਕਿ एक टका ना पल्ले। धन धन गुरु ਗਿਆਨਨਾਥ ਮਹਾਰਾਜ ਕਹਿੰਦੇ ਨੇ कि तू वणज कमावन आया है, सच का वणज कमावना है। तो सच का वणज तू किवें कमावना है? जेकर तेरे एक टका भी पल्ले नहीं है तो तू खरीददारी किवेंगा? वो टका पल्ले की है? टका की है? वो है परम पिता परमात्मा का नाम सिमरन। ਜਦੋਂ तेरे कोल सिमरन एक घड़ी का सिमरन भी है, टके तो भाव एक घड़ी का सिमरन भी है, तो तू भाव सागर तो पार हो जावेगा। जिस तरह धन धन कबीर साहब ने कहा कि एक घड़ी आदि घड़ी आदि सेवी आद, कबीर संगत साध की कट्टे कोट अपराध। धन धन गुरु ਗਿਆਨਨਾਥ ਮਹਾਰਾਜ ने सानू इत्थे समझाया है कि हे मनमुख मूर्ख इंसान, वो परम पिता परमात्मा का नाम परम पिता परमात्मा का सिमरन, एक घड़ी का सिमरन भी अगर तेरे कोल है तो तू इस संसार रूपी मंडी दे विचों कुछ ना कुछ खरीद के लै जावेगा। अगे महाराज जी ने अपनी बाणी दे राहीं सानू समझाउण दी कोशिश की है। पावन पवित्र गुरबाणी दे पावन श्लोक सानू समझा रहे ने। धन गुरु ਗਿਆਨਨਾਥ महाराज सानू बोल बोल के समझा रहे ने, रात समय मिल सकदा नाही चकवा चकवी ताई, डोरी बाज पतंग समानो खिंच सकदा को नाही। धन धन परमात्मा वाल्मीकि महाराज जी की आलाही जोत, कलयुग के अवतार, ज्ञान के सागर, अनाथों के अनाथ। धन धन गुरु ਗਿਆਨਨਾਥ महाराज सानू समझाना करते हैं कि रात समय मिल सकता नहीं चकवा चकवी ताई। महाराज कहते हैं कि जिन्ना चिर रात नहीं पैंदी, चंद की चाननी नहीं निकलती, क्योंकि जिहड़ा चकवा हुंदा है उहदा चंद दे नाल चकोर दे नाल बड़ा चंद दा प्यार हुंदा है, क्योंकि रात की चंद की चाननी जिन्ना चिर नहीं निकलती उन्ना चिर जो चकोर है वो कभी भी अपनी चकवी नूं मिल नहीं सकता। धन धन गुरु ਗਿਆਨਨਾਥ महाराज ने कहा, समझाते ने कि चंद की चाननी की है? चाननी है रोशनी, और रोशनी की है? परमात्मा का नाम सिमरन। जिन्ना चिर परम पिता परमात्मा का नाम तू अपने हिरदे दे विच नहीं धारेगा, हे मनमुख मूर्ख इंसान, उन्ना चिर कभी भी तेरे हिरदे दे विच रोशनी नहीं आवेगी और चकवा चकवी कभी भी चकवा चकवी दे नाल नहीं मिल सकता। भाव रोशनी दे बिना परमात्मा ते आत्मा का कभी मेल नहीं हो सकता, क्योंकि परमात्मा एक रोशनी है। जदों परमात्मा रोशनी दिंदा है तो फिर ये जिहड़ी आत्मा है वो परम आत्मा दे विच लीन हो जाती है। धन धन गुरु ਗਿਆਨਨਾਥ महाराज दे समझाउण दा विलक्षण तरीका है गुरबाणी। गुरबाणी नूं समझना गुरमुख हो जाना है, गुरबाणी नूं ना समझना मनमत है।
ਅੱਗੇ ਮਹਾਰਾਜ ਜੀ ਨੇ ਸਮਝਾਇਆ ਕਿ ਡੋਰੀ ਬਾਜ ਪਤੰਗ ਸਮਾਨੋਂ ਖਿੱਚ ਸਕਦਾ ਕੋ ਨਹੀਂ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਬਿਨਾਂ ਡੋਰੀ ਤੋਂ ਜਿਵੇਂ ਪਤੰਗ ਨਹੀਂ ਨਾ ਖਿੱਚੀ ਜਾ ਸਕਦੀ, ਇਸੇ ਤਰ੍ਹਾਂ ਹੀ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਜੀਵਨ ਦੀ ਜੋ ਪਤੰਗ ਉੱਡੀ ਹੋਈ ਹੈ ਨਾ, ਤੂੰ ਮਨਮੁਖ ਬਣ ਕੇ ਉੱਡ ਗਿਆ ਹੈ ਇਸ ਸੰਸਾਰ ਦੇ ਵਿੱਚੋਂ, ਇਸ ਸੰਸਾਰ ਤੋਂ ਦੂਰ ਹੋ ਗਿਆ ਹਾਂ। ਉਹਨਾਂ ਚਿਰ ਤੂੰ ਕਦੇ ਵੀ ਥੱਲੇ ਨਹੀਂ ਉਤਰ ਸਕਦਾ। ਜੋ ਪਰਮ ਪਿਤਾ ਪਰਮਾਤਮਾ ਨੇ ਤੇਰੇ ਹਿਰਦੇ ਦੇ ਵਿੱਚ ਜੋਤ ਜਗਾਈ ਹੈ, ਤੂੰ ਮਨਮੁਖ ਹੋ ਕੇ ਇੰਨਾ ਦੂਰ ਚਲੇ ਗਿਆ ਹੈ ਪਰਮ ਪਿਤਾ ਪਰਮਾਤਮਾ ਤੋਂ ਕਿ ਜਿੰਨਾ ਚਿਰ ਪਰਮਾਤਮਾ ਦੀ ਡੋਰ, ਪਰਮਾਤਮਾ ਦੇ ਨਾਮ ਦੀ ਡੋਰ ਨਾ ਖਿੱਚੇਗਾ, ਪਰਮਾਤਮਾ ਦੇ ਨਾਲ ਜੁੜ ਨਹੀਂ ਜਾਵੇਗਾ, ਉਹਨਾਂ ਚਿਰ ਕਦੀ ਵੀ ਤੇਰੀ ਜੋ ਅਸਮਾਨ ਦੇ ਵਿੱਚ ਪਤੰਗ ਉੱਡ ਰਹੀ ਹੈ ਕਦੀ ਵੀ ਥੱਲੇ ਨਹੀਂ ਆ ਸਕਦੀ। ਨੀਚੇ ਆਉਣ ਦਾ ਮਤਲਬ ਹੈ ਕਿ ਗੁਰਮੁਖ ਬਣਨਾ, ਝੁਕ ਜਾਣਾ। ਉਹਨਾਂ ਚਿਰ ਕਦੀ ਵੀ ਤੇਰੀ ਪਤੰਗ ਨੀਚੇ ਨਹੀਂ ਆ ਸਕਦੀ, ਕਦੀ ਵੀ ਤੂੰ ਝੁਕ ਨਹੀਂ ਸਕਦਾ, ਕਦੀ ਵੀ ਤੂੰ ਗੁਰਮੁਖ ਦਾ ਅਹੁਦਾ ਪ੍ਰਾਪਤ ਨਹੀਂ ਕਰ ਸਕਦਾ। ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਰੋਜ਼ ਹੀ ਆਪਣੀ ਬਾਣੀ ਦੇ ਰਾਹੀਂ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਗੁਰਮੁਖ ਬਣਨ ਦੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਅੱਜ ਤੋਂ ਹੀ ਆਪਣਾ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਡਾ ਇੱਥੇ ਆਉਣ ਦਾ ਜੋ ਮਨੋਰਥ ਹੈ ਉਹ ਸਫਲਾ ਹੋ ਜਾਵੇ। ਸੋ ਇੰਨੀਆਂ ਕਹਾਈ ਦੀਆਂ ਪ੍ਰਵਾਨ ਕਰਨੀਆਂ ਜੀ। ਜੋ ਬੋਲੇ ਸੋ ਨਿਰਭੈ परमात्मा वाल्मीकि महाराज की जय। साहिबे कमाल साहिब सतगुरु गुरु ज्ञाननाथ महाराज की जय।